निर्गुण निर्गुण यार यानिया सो प्रभ सदा संभाल जिन किया तिस चीत रख नानक निभही नाल अष्टपदी रमैया के गुण चेत परानी कावन मूल ते कावन दृष्टानी जिन तू साज सबार शिंगारिया गर्भ अगन में जिन्हें उबारिया बार व्यवस्था तुझे प्यारे दूध पर जोबन भोजन सुख सूद बिरद पया ऊपर साक सैन मुख अप्याओ बैठ को दैन एह निर्गुण गुण कछु न बुझै बख्श लिहो तो नानक सीजै जिह प्रसाद तर ऊपर सुख बसै सुत प्रात मीत बनता संग हसै जे प्रसाद पीवै शीतल जला सुखदाई पवन पावक अमुला जे प्रसाद भोगै सब रसा सगल समगरी संग साथ वसा दीने हस्त पाव करण नेत्र रसना तिसै त्याग अवर संग रचना ऐसे दोख मूढ़ अंध व्यापे नानक काढ़ लिहो प्रभ आपे आद अंत जो राखण हार तिस स्यों प्रीत न करे गवार जाकी सेवा नव निध पावै तां स्यों मूढ़ा मन नहीं लावै जो ठाकुर सद सदा हजूरे ताको अंधा जानत दूरे जाकी टहल पावे दरगा मान तिसै विसारै मुग्ध अजान सदा सदा हे पूलन हार नानक राखण हार अपार रतन त्याग कौडी संग रचै साच छोड़ झूठ संग मचै जो छड़ना सो अस्थिर कर मानै जो होवन सो दूर परानै छोड़ जाए तिसका श्रम करै संग सहाई तिस पर हरै चंदन लेप उतारै धोए गर तब प्रीत भस्म संग होए अंधकूप में पतित बिकराल नानक काढ़ लिहो प्रभ दयाल अंधकूप में पतित बिकराल नानक काढ़ लिहो प्रभ दयाल। परम सन्मानयोग जुगो जुग अटल
ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋਂ ਬਹੁਤ ਹੀ ਵਡਭਾਗੇ ਹਾਂ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 267। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਝੁਕਾਓ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਅੱਜ ਦੀ ਅਸ਼ਟਪਦੀ ਦੇ ਅੰਦਰ ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਸਤਿਗੁਰੂ ਜੀ ਕਹਿ ਰਹੇ ਨੇ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਨਿਰਗੁਣ ਜੀਵ, ਗੁਣਾ ਤੋਂ ਸਖਣਾ ਜੀਵ। ਇਆਨਿਆਂ ਦਾ ਅਰਥ ਹੁੰਦਾ ਜੀ ਅਣਜਾਣ, ਬੇਸਮਝ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਇਸ ਪਾਵਨ ਸ਼ਲੋਕ ਦੇ ਅੰਦਰ, ਹੇ ਅਗਿਆਨੀ ਜੀਵ, ਬੇਸਮਝ ਜੀਵ, ਗੁਣਾ ਤੋਂ ਹੀਣੇ ਮਨੁੱਖ, ਉਸ ਮਾਲਕ ਨੂੰ ਯਾਦ ਕਰ, ਚੇਤੇ ਕਰ, ਹੇ ਨਾਨਕ, ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿੱਚ ਰੱਖ, ਉਹੀ ਤੇਰੇ ਨਾਲ ਸਾਥ ਨਿਭਾਉਣ ਵਾਲਾ ਹੈ, ਸਾਥ ਨਿਭੇਗਾ। ਸ਼ਲੋਕ ਦੇ ਅੰਦਰ ਮਹਾਰਾਜ ਕਹਿ ਰਹੇ ਨੇ ਮਨੁੱਖ ਗੁਣਾ ਤੋਂ ਸਖਣਾ, ਨਿਰਗੁਣ ਹੈ, ਕੋਈ ਗੁਣ ਨਹੀਂ ਪੱਲੇ। ਪਾਤਸ਼ਾਹ ਜੀ ਕਹਿ ਰਹੇ ਨੇ ਬੇਸਮਝ ਵੀ ਬਣਿਆ ਫਿਰਦਾ। ਹੁਣ ਇਹ ਕਿਹੜੇ ਪੱਖ ਤੋਂ ਮਹਾਰਾਜ ਗੱਲ ਕਰ ਰਹੇ ਨੇ? ਜ਼ਿੰਦਗੀ ਜਿਉਣ ਦਾ ਕੋਈ ਢੰਗ ਤਰੀਕਾ ਨਹੀਂ ਹੈ, ਜ਼ਿੰਦਗੀ ਬਤੀਤ ਕਰਨੀ ਨਹੀਂ ਆ ਰਹੀ, ਬੇਸਮਝੀ ਵਰਤਦਾ, ਬੇਸਮਝ ਹੈ, ਇਆਣਾ ਹੈ। ਗੁਰੂ ਵਾਲੀ ਅਕਲ, ਗੁਰੂ ਵਾਲੀ ਮੱਤ ਜ਼ਿੰਦਗੀ ਅੰਦਰ ਵਸਾਈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਉਹ ਗੁਣਾ ਤੋਂ ਸਖਣੇ ਬੰਦਿਆਂ ਨੂੰ ਵੀ ਸੰਭਾਲਦਾ। ਹੇ ਭਾਈ, ਤੂੰ ਵੀ ਉਸ ਮਾਲਕ ਨੂੰ ਚੇਤੇ ਕਰ, ਹਿਰਦੇ ਵਿੱਚ ਵਸਾ ਕੇ ਰੱਖ। ਅੱਗੇ ਸਤਿਗੁਰੂ ਮਹਾਰਾਜ ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ ਸ਼ਲੋਕ ਦੇ ਅੰਦਰ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ। ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਭੇਜਿਆ, ਜਿਹਨੇ ਤੈਨੂੰ ਸਾਜਿਆ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਚਿੱਤ ਵਿੱਚੋਂ ਕਦੇ ਭੁਲਾਇਆ ਨਾ ਕਰ। ਅੱਗੇ ਅਸ਼ਟਪਦੀ ਦੇ ਵਿੱਚ ਕਹਿ ਰਹੇ ਨੇ ਗੁਰੂ ਸਾਹਿਬ ਜੀ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਰਮਈਆ ਦਾ ਅਰਥ ਹੁੰਦਾ ਸੋਹਣਾ ਰਾਮ, ਸੋਹਣਾ ਵਾਹਿਗੁਰੂ, ਸੋਹਣਾ ਪਰਮਾਤਮਾ, ਰਮਿਆ ਹੋਇਆ ਪਰਮਾਤਮਾ। ਹੇ ਜੀਵ, ਉਸ ਰਮੇ ਹੋਏ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ। ਪਾਤਸ਼ਾਹ ਜੀ ਕਹਿ ਰਹੇ ਨੇ ਫਿਰ ਕਿਸੇ ਮੁੱਢ ਤੋਂ ਤੈਨੂੰ ਕਿਹਾ, ਸੋਹਣਾ ਬਣਾ ਕੇ ਉਸ ਮਾਲਕ ਨੇ, ਪਰਮਾਤਮਾ ਨੇ ਤੈਨੂੰ ਸੰਸਾਰ ਦੇ ਅੰਦਰ, ਦੁਨੀਆ ਦੇ ਅੰਦਰ ਭੇਜਿਆ ਮੁੱਢ ਤੋਂ। ਪਾਤਸ਼ਾਹ ਜੀ ਕਹਿ ਰਹੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਉਹ ਤੈਨੂੰ ਮਾਲਕ ਨੇ ਵਿਖਾ ਦਿੱਤਾ ਦੁਨੀਆ ਸੰਸਾਰ। ਇਹ ਪ੍ਰਾਨੀ, ਉਹਨੂੰ ਚੇਤੇ ਰੱਖ। ਦੁਨੀਆ ਦਾ ਸੰਸਾਰ ਦਾ ਮੁੱਢਾ ਉਹ ਮਾਲਕ ਵਾਹਿਗੁਰੂ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਤੈਨੂੰ ਸਾਜਿਆ ਵੀ ਹੈ, ਤੈਨੂੰ ਸਵਾਰਿਆ ਵੀ ਹੈ, ਤੈਨੂੰ ਬਣਾਇਆ ਵੀ ਹੈ। ਠੀਕ ਹੈ, ਜਰੀਆ ਮਾਂ ਤੇ ਪਿਓ ਬਣਦੇ ਨੇ ਨਾ, ਗੁਰਬਾਣੀ ਅੰਦਰ ਵੀ ਇਹ ਗੱਲ ਅੰਕਿਤ ਹੈ। ਸੰਸਾਰ ਦਿਖਾਉਣ ਦਾ ਜ਼ਰੀਆ, ਜੱਗ ਦਿਖਾਉਣ ਦਾ ਜ਼ਰੀਆ ਮਾਂ ਪਿਓ ਨੇ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਇੱਕ ਵਿਧ ਦੇ ਤਹਿਤ, ਇੱਕ ਤਰੀਕੇ ਤਹਿਤ ਤੈਨੂੰ ਸਾਜਿਆ ਸਵਾਰਿਆ। ਗਰਭ ਅਗਨ ਮੈਂ ਜਿਨੇ ਉਬਾਰਿਆ। ਗਰਭ ਅਗਨ ਦਾ ਅਰਥ ਹੁੰਦਾ ਜੀ ਮਾਂ ਦੇ ਪੇਟ ਵਾਲੀ ਗਰਭ ਅਗਨ। ਜਿਸ ਮਾਲਕ ਨੇ, ਜਿਸ ਪਰਮਾਤਮਾ ਨੇ ਤੈਨੂੰ
ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ ਸੋ ਕਿਉ ਮਨੋ ਵਿਸਾਰੀ ਹੈ। ਮਾਂ ਦੇ ਉਦਰ ਵਿੱਚ, ਮਾਂ ਦੇ ਪੇਟ ਅੰਦਰ ਵੀ ਤੈਨੂੰ ਸੰਭਾਲ ਕੇ ਰੱਖਿਆ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਬਾਰ ਵਿਵਸਥਾ ਤੁਝੇ ਪਿਆਰੇ ਦੁੱਧ, ਤੈਨੂੰ ਦੁੱਧ ਵੀ ਦਿੱਤਾ। ਛੋਟੀ ਅਵਸਥਾ ਦੇ ਵਿੱਚ ਜਦੋਂ ਛੋਟਾ ਸੀ ਤੈਨੂੰ ਦੁੱਧ ਵੀ ਮਿਲਦਾ ਰਿਹਾ। ਇੱਕ ਸਿਸਟਮ ਕਹਿ ਲਓ ਉਸ ਪਰਮਾਤਮਾ ਦਾ ਕ੍ਰੀਏਟ ਕੀਤਾ ਹੋਇਆ, ਬਣਾਇਆ ਹੋਇਆ, ਜਿਸ ਲੜੀ ਦੇ ਤਹਿਤ ਸੰਸਾਰ ਦੀ ਪੈਦਾਇਸ਼ ਹੋ ਰਹੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਭਰ ਜੋਬਨ ਭੋਜਨ ਸੁਖ ਸੂਦ। ਸਤਿਗੁਰ ਮਹਾਰਾਜ ਅੱਗੇ ਸਮਝਾ ਰਹੇ ਨੇ ਇਸ ਪੰਕਤੀਆਂ ਦੇ ਅੰਦਰ, ਭਰ ਜਵਾਨੀ ਵਿੱਚ ਭੋਜਨ ਸੁੱਖਾਂ ਦੀ ਸੂਝ ਦਿੰਦਾ ਹੈ, ਤੈਨੂੰ ਜਵਾਨੀ ਦਿੰਦਾ ਹੈ, ਭੋਜਨ ਦਿੰਦਾ ਹੈ, ਸਾਰੀ ਸੂਝ ਦੇਣ ਵਾਲਾ ਹੀ ਉਹ ਪਰਮਾਤਮਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠਕੋ ਦੈਨ। ਬਿਰਧ ਦਾ ਅਰਥ ਹੁੰਦਾ ਜੀ ਜਦੋਂ ਬੁਢੇਪਾ ਆ ਗਿਆ, ਜਦੋਂ ਜੀਵ ਜਦੋਂ ਤੂੰ ਬੁੱਢਾ ਹੋ ਜਾਣਾ ਨਾ, ਫਿਰ ਤੇਰੀ ਸੇਵਾ ਕਰਨ ਵਾਸਤੇ ਤੇਰੇ ਸਾਕ ਵਾਲੇ, ਤੇਰੇ ਸੱਜਣ ਤੇਰੀ ਸੇਵਾ ਕਰਨ ਵਾਸਤੇ ਬੈਠ ਜਾਂਦੇ ਨੇ, ਮੂੰਹ ਵਿੱਚ ਚੰਗਾ ਭੋਜਨ ਤੇਰੇ ਪਾਉਂਦੇ ਨੇ, ਤੈਨੂੰ ਬੱਚਿਆਂ ਦੀ ਤਰ੍ਹਾਂ ਤੇਰੀ ਵੇਖਭਾਲ ਕਰਨੀ ਪੈਂਦੀ ਹੈ। ਪਹਿਲਾਂ ਮਹਾਰਾਜ ਨੇ ਕਿਹਾ, ਵੇਖੋ ਪਰਮਾਤਮਾ ਮਾਤਾ ਦੇ ਉਦਰ ਅੰਦਰ ਪਾਲ ਦਿੰਦਾ ਹੈ, ਦੁੱਧ ਵੀ ਦਿੰਦਾ ਉਹ ਮਾਲਕ ਵਾਹਿਗੁਰੂ ਇੱਕ ਤਰੀਕੇ ਤਹਿਤ। ਅੱਗੇ ਸਤਿਗੁਰੂ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਬਿਰਧ ਭਇਆ ਉੱਪਰ ਸਾਕ ਸੈਨ। ਜਦੋਂ ਤੂੰ ਬਿਰਧ ਹੋ ਗਿਆ ਨਾ, ਬੁੱਢਾ ਹੋ ਗਿਆ, ਗੁਰੂ ਸਾਹਿਬ ਜੀ ਕਹਿੰਦੇ ਹਾਲਤ ਪਤਾ ਕਿਉਂ ਜੀ ਬਣ ਜਾਂਦੀ ਹੈ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ। ਸਿਰ ਵੀ ਕੰਬਦਾ ਰਹਿੰਦਾ ਹੈ, ਅੱਖਾਂ ਦੀ ਰੌਸ਼ਨੀ ਘਟ ਗਈ, ਹੱਥ ਪੈਰ ਕੰਮ ਨਹੀਂ ਕਰਦੇ, ਇੱਕ ਮੰਜੇ ਤੇ ਜੁੜ ਕੇ ਕਈ ਵਾਰ ਮਨੁੱਖ ਬਹਿ ਜਾਂਦਾ ਹੈ ਬੁਢੇਪੇ ਦੇ ਅੰਦਰ। ਬੁਢੇਪਾ ਜੇ ਤਾਂ ਵਧੀਆ ਗੁਜ਼ਰ ਜਾਵੇ ਤਾਂ ਠੀਕ ਹੈ, ਨਹੀਂ ਬੁਢੇਪਾ ਮਨੁੱਖ ਨੂੰ ਤੰਗ ਬਹੁਤ ਕਰਦਾ ਹੈ, ਹੱਥ ਪੈਰ ਕੰਮ ਨਹੀਂ ਕਰਦੇ, ਸਰੀਰ ਵਿਰਧ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਇੱਕ ਵੇਲਾ ਸੀ, ਭਰ ਜਵਾਨੀ ਦੇ ਵਿੱਚ ਆਨੰਦ ਮਾਣਦਾ ਸੀ, ਭੋਜਨ ਖਾਂਦਾ ਸੀ। ਇੱਕ ਵੇਲਾ ਉਹ ਆ ਗਿਆ, ਬਿਰਧ ਪਿਆ ਉੱਪਰ ਸਾਗ ਸੈਨ। ਇੱਕ ਵੇਲਾ ਇਹ ਆ ਗਿਆ, ਵਿਰਧ ਹੋ ਗਿਆ, ਬੁੱਢਾ ਹੋ ਗਿਆ, ਹੁਣ ਜਿਹੜੇ ਹੱਥ ਸੀ ਨਾ ਤੇਰੇ ਉਹ ਵੀ ਕੰਮ ਨਹੀਂ ਕਰਦੇ, ਮੂੰਹ ਵੀ ਕੰਮ ਨਹੀਂ ਕਰਦਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਖਾਂਦਿਆਂ ਖਾਂਦਿਆਂ ਮੂੰਹ ਵੀ ਘਸ ਗਿਆ। ਪਾਤਸ਼ਾਹ ਜੀ ਕਹਿੰਦੇ ਇੱਥੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਪਾਤਸ਼ਾਹ ਜੀ ਇੱਥੇ ਇਹਨਾਂ ਪੰਕਤੀਆਂ ਅੰਦਰ ਕਹਿ ਰਹੇ ਨੇ, ਬਿਰਧ ਪਿਆ ਉੱਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਓ ਤੋ ਨਾਨਕ ਸਿੱਝੈ। ਇਹ ਬੰਦਾ ਫਿਰ ਵੀ ਨਹੀਂ ਬੁੱਝਦਾ। ਸ਼ਲੋਕ ਅੰਦਰ ਗੁਣਾਂ ਤੋਂ ਸਖਣੇ ਬੰਦੇ ਦੀ ਗੱਲ ਕੀਤੀ ਹੈ ਨਾ, ਮਹਾਰਾਜ ਕਹਿੰਦੇ ਨਿਰਗੁਣ ਬੰਦਾ, ਗੁਣਾਂ ਤੋਂ ਸਖਣਾ ਬੰਦਾ ਬੁੱਝਦਾ ਫਿਰ ਵੀ ਨਹੀਂ ਵੀ ਮੇਰੇ ਨਾਲ ਬਣਨਾ ਕੀ ਹੈ, ਬੁੱਝਦਾ ਨਹੀਂ ਹਲੇ ਵੀ। ਮਹਾਰਾਜ ਕਹਿੰਦੇ ਬਖਸ਼ ਲਿਓ ਤੋ ਨਾਨਕ ਸਿੱਝੈ। ਅਖੀਰ ਦੇ ਵਿੱਚ ਮਹਾਰਾਜ ਕਹਿ ਰਹੇ ਨੇ, ਹੇ ਗੁਣਾਂ ਤੋਂ ਹੀਣ ਜੀਵ, ਤੇਰਾ ਕੋਈ ਉਪਕਾਰ ਨਹੀਂ ਸਮਝਦਾ, ਤੂੰ ਆਪ ਮਿਹਰ ਕਰੇ ਤਾਂ ਇਹ ਜਨਮ ਮਨੋਰਥ ਵਿੱਚ ਸਫਲ ਹੋ ਸਕਦਾ ਹੈ। ਜੇ ਤੂੰ ਸੂਝ ਦੇ ਦੇਵੇਂ, ਅਕਲ ਦੇ ਦੇਵੇਂ, ਮਹਾਰਾਜ ਇਹ ਜ਼ਿੰਦਗੀ ਦੇ ਪੈਂਡੇ ਵਿੱਚ, ਜ਼ਿੰਦਗੀ ਦੇ ਪੰਧ ਅੰਦਰ ਸਫਲਤਾ ਹਾਸਲ ਕਰ ਸਕਦਾ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਜਿਸ ਦੀ ਕਿਰਪਾ ਦੇ ਨਾਲ ਤੈਨੂੰ ਕਿੰਨਾ ਕੁਝ ਮਿਲਿਆ, ਜਿਹ ਪ੍ਰਸਾਦ ਧਰ ਉੱਪਰ ਸੁਖ ਵਸੈ। ਜਿਹਦੀ ਕਿਰਪਾ ਨਾਲ ਤੂੰ ਧਰਤੀ ਤੇ ਸੁਖੀ ਵਸਦਾ ਹੈ, ਵਧੀਆ ਵਸਦਾ ਹੈ। ਅੱਗੇ ਮਹਾਰਾਜ ਕਹਿੰਦੇ, ਸੁੱਤ ਭਰਾਤ ਮੀਤ ਬਨਤਾ ਸੰਗ ਹਸੈ। ਸੁੱਤ ਦਾ ਅਰਥ ਹੁੰਦਾ ਜੀ ਪੁੱਤਰ, ਭਰਾਤ ਦਾ ਅਰਥ ਹੁੰਦਾ ਭਰਾ, ਮੀਤ ਦਾ ਅਰਥ ਹੁੰਦਾ ਮਿੱਤਰ, ਬਨਤਾ ਦਾ ਅਰਥ ਹੁੰਦਾ ਇਸਤਰੀ, ਔਰਤ। ਜਿਹਦੀ ਕਿਰਪਾ ਦੁਆਰਾ ਤੈਨੂੰ ਪੁੱਤਰ ਵੀ ਮਿਲ ਗਿਆ, ਭਰਾ ਵੀ ਮਿਲ ਗਿਆ, ਮਿੱਤਰ ਵੀ ਮਿਲ ਗਏ, ਇਸਤਰੀ ਵੀ ਮਿਲ ਗਈ ਹੈ। ਬਨਤਾ ਦਾ ਅਰਥ ਹੁੰਦਾ ਜੀ ਇਸਤਰੀ, ਸੰਗ ਹਸੈ। ਇਹਨਾਂ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਨੱਚਦਾ ਹੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਜਿਹਦੀ ਕਿਰਪਾ ਦੇ ਦੁਆਰਾ ਤੈਨੂੰ ਠੰਡਾ ਪਾਣੀ ਵੀ ਇੱਥੇ ਮਿਲਦਾ ਹੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਸੁੱਖ ਦੇਣ ਵਾਲੀ ਪਵਨ ਹਵਾ ਵੀ ਤੈਨੂੰ ਮਿਲ ਰਹੀ ਹੈ ਸਾਹ ਲੈਣ ਵਾਸਤੇ। ਹਵਾ ਤੇ ਪਾਣੀ ਜ਼ਿੰਦਗੀ ਦਾ ਆਧਾਰ ਨੇ ਜੀ। ਜੇ ਹਵਾ ਨਾ ਚੰਗੀ ਮਿਲੇ, ਪਾਣੀ ਨਾ ਚੰਗਾ ਮਿਲੇ, ਬੰਦੇ ਦੀ ਮੌਤ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਕਿਉਂ ਹਵਾ ਪਾਣੀ ਦੀ ਗੱਲ ਕੀਤੀ?
क्योंकि गुरु साहब जी साडे कुदरत नाल जुड़े हुए सी, जे इन्हां चीज़ां नूं संभालांगे तां असीं इत्थे वधिया रह सकदे हां। अगे महाराज कह रहे ने, जिह प्रसाद भोगै सब रसा, सगल समगरी संग साथ वसा। महाराज कहंदे जिहदी किरपा नाल किन्ने भोग भोगदा है, रस माणदा है, किन्नियां समगरियां दे नाल तेरे वस रहीआं ने। दीने हस्त पाव कर नित रसना, तैनूं दित्ते होए ने रब ने। पाम दा अर्थ है पैर, हस्त दा अर्थ हत्थ, ਕਰਨ ਦਾ ਅਰਥ ਹੈ ਕਰਨ, ਨੇਤਰ ਦਾ ਅਰਥ ਹੈ ਨੇਤਰ ਅੱਖਾਂ, ਰਸਨਾ ਵੀ ਦਿੱਤੀ ਹੈ। ਸਰੀਰ ਦਾ ਢਾਂਚਾ ਪ੍ਰਮਾਤਮਾ ਨੇ ਕਿੰਨਾ ਸੋਹਣਾ ਤੈਨੂੰ ਦੇ ਦਿੱਤਾ। ਤਿਸੈ ਤਿਆਗ ਅਵਰ ਸੰਗ ਰਚਨਾ। ਮਹਾਰਾਜ ਕਹਿੰਦੇ ਏਡੇ ਵੱਡੇ ਰੱਬ ਨੂੰ, ਏਡੇ ਵੱਡੇ ਪ੍ਰਮਾਤਮਾ ਨੂੰ, ਜਿਹਨੇ ਤੈਨੂੰ ਇੰਨਾ ਕੁਝ ਦੇ ਦਿੱਤਾ, ਧਰਤੀ ਤੇ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ, ਸੁੱਤ ਮੀਤ ਭਰਾਤ ਬਣਤਾ, ਸਾਰਾ ਕੁਝ ਤੈਨੂੰ ਪਰਿਵਾਰ ਦੇ ਦਿੱਤਾ। ਮਹਾਰਾਜ ਕਹਿੰਦੇ ਖੀਰ ਦੇ ਵਿੱਚ ਨਿਚੋੜ ਪਤਾ ਕੀ ਕੱਢਿਆ? ਸਤਿਗੁਰੂ ਜੀ ਕਹਿੰਦੇ, ਪਾਤਸ਼ਾਹ ਜੀ ਕਹਿ ਰਹੇ ਨੇ, ਤਿਸੈ ਤਿਆਗ, ਉਸ ਪਰਮਾਤਮਾ ਨੂੰ ਤਿਆਗ ਕੇ, ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਅਖੀਰ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਨੇ ਜੀ ਸਾਨੂੰ, ਇਹਨਾਂ ਦੁੱਖਾਂ ਦੇ ਵਿੱਚ ਮੂਰਖ ਬੰਦਾ, ਇਹ ਜੀਵ ਫਸਿਆ ਹੋਇਆ, ਇਹ ਨਾਨਕ ਕਿਰਪਾ ਕਰ ਇਸ ਔਗਣਹਾਰੇ ਬੰਦੇ ਨੂੰ, ਹੇ ਵਾਹਿਗੁਰੂ ਕਿਰਪਾ ਕਰ ਇਸ ਔਗਣਹਾਰੇ ਬੰਦੇ ਨੂੰ ਦੁੱਖਾਂ ਦੇ ਵਿੱਚੋਂ ਕੱਢ ਲੈ, ਵਿਕਾਰਾਂ ਦੇ ਵਿੱਚੋਂ ਕੱਢ ਲੈ। ਅੱਗੇ ਮਹਾਰਾਜ ਅਖੀਰ ਦੇ ਵਿੱਚ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ ਜੀ, 3 ਨੰਬਰ ਬੰਦਾ ਹੈ, ਰੱਬ ਬਾਰੇ ਕਹਿ ਰਹੇ ਨੇ, ਆਦ ਅੰਤ ਜੋ ਰਾਖਣਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ। ਮੁੱਢ ਤੋਂ ਲੈ ਕੇ ਅਖੀਰ ਤੱਕ ਜਿਹੜਾ ਤੈਨੂੰ ਰੱਖਣਹਾਰ ਹੈ, ਮਹਾਰਾਜ ਕਹਿੰਦੇ ਗਵਾਰ ਬੰਦਾ ਉਹਦੇ ਨਾਲ ਪ੍ਰੀਤ ਨਹੀਂ ਪਾਉਂਦਾ। ਤਿਸੋਂ ਪ੍ਰੀਤ ਨਾ ਕਰੈ ਗਵਾਰ, ਜਾ ਕੀ ਸੇਵਾ ਨਵ ਨਿਤ ਪਾਵੈ। ਜਿਹਦੀ ਸੇਵਾ ਕੀਤਿਆਂ ਸਾਨੂੰ ਦੁਨੀਆ ਦੇ ਸਾਰੇ ਖਜ਼ਾਨੇ ਮਿਲ ਜਾਂਦੇ ਨੇ, ਤਾਂ ਸਿਓ ਮੂੜਾ ਮਨ ਨਹੀਂ ਲੱਭ। ਮੂੜੇ ਦਾ ਅਰਥ ਕੀ ਹੁੰਦਾ ਜੀ? ਮੂਰਖ ਬੰਦਾ, ਜਿਹਦੇ ਕੋਲੋਂ ਮਿਲਣਾ ਕੁਝ, ਉਹਦੇ ਨਾਲ ਮੂਰਖ ਬੰਦਾ ਮਨ ਹੀ ਨਹੀਂ ਜੁੜਦਾ ਜੀ ਸਾਡਾ ਮਨ। ਸਾਨੂੰ ਪਤਾ ਵੀ ਸਾਡੀ ਮੁਕਤੀ ਦਾ ਦਾਤਾ, ਸਾਨੂੰ ਦੇਣ ਵਾਲਾ ਕੇਵਲ ਗੁਰੂ ਗ੍ਰੰਥ ਸਾਹਿਬ ਆ, ਪਰ ਮਨ ਫਿਰ ਵੀ ਨਹੀਂ ਜੁੜਦਾ। ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਤਾਂ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਜਿਹੜਾ ਠਾਕੁਰ, ਜਿਹੜਾ ਰੱਬ ਸਦਾ ਇਹਦੇ ਨਾਲ ਰਹਿੰਦਾ, ਸਦਾ ਇਹਦੇ ਨੇੜੇ ਹੈ, ਮਹਾਰਾਜ ਕਹਿੰਦੇ ਅੰਨਾ ਮਨੁੱਖ ਉਹਨੂੰ ਦੂਰ ਜਾਣ ਕੇ ਬੈਠਾ, ਦੂਰ ਨਹੀਂ ਆ ਉਹ, ਸਦਾ ਤੇਰੇ ਨੇੜੇ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੀ, ਜਾ ਕੀ ਟਹਿਲ ਦਰਗਾ ਪਾਵੈ ਮਾਨ, ਤਿਸੈ ਵਿਸਾਰੈ ਮੁਗਧ ਅਜਾਨ। ਜਿਹਦੀ ਟਹਿਲ ਕੀਤੀਆਂ, ਜਿਹਦੀ ਸੇਵਾ ਕੀਤੀਆਂ, ਉਸ ਰੱਬ ਦੀ ਹਜ਼ੂਰੀ ਵਿੱਚ ਮਾਨ ਮਿਲਦਾ ਹੈ, ਵਡਿਆਈ ਮਿਲਦੀ ਹੈ। ਮਹਾਰਾਜ ਕਹਿੰਦੇ ਤਿਸੈ ਵਿਸਾਰੈ ਮੁਗਧ ਅਜਾਨ। ਮੂਰਖ ਬੰਦਾ, ਮੂੜ ਬੰਦਾ ਉਸ ਮਾਲਕ ਨੂੰ, ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ਸਦਾ ਸਦਾ ਇਹ ਭੁੱਲਣਹਾਰ, ਨਾਨਕ ਰਾਖਣਹਾਰ ਅਪਾਰ। ਇਹ ਮਾਲਕ ਜੀ, ਇਹ ਜੀਵ ਆ ਨਾ, ਜਿਹੜਾ ਮਨੁੱਖ ਆ, ਜਿਹੜਾ ਇਹ ਸਦਾ ਭੁੱਲਾਂ ਕਰਦਾ, ਭੁੱਲ ਜਾਂਦਾ ਹੈ ਤੇਰੇ ਪਰਉਪਕਾਰਾਂ ਨੂੰ, ਤੇਰੀ ਵਡਿਆਈ ਨੂੰ, ਤੇਰੇ ਨਾਮ ਨੂੰ ਭੁੱਲ ਜਾਂਦਾ ਹੈ। ਤੂੰ ਰੱਖ ਲੈ ਇਹਨੂੰ ਕਿਰਪਾ ਕਰਕੇ। ਅੱਗੇ ਮਹਾਰਾਜ ਕਹਿ ਰਹੇ ਨੇ, ਰਤਨ ਤਿਆਗ ਕੌਡੀ ਸੰਗ ਰਚੈ। ਦੇਖੋ ਕੈਸੀ ਹਾਲਤ ਹੋ ਗਈ ਬੰਦੇ ਦੀ, ਰਤਨਾਂ ਨੂੰ ਤਿਆਗ ਦਿੱਤਾ, ਕੌਡੀਆਂ ਦੇ ਨਾਲ ਲੱਗਿਆ ਫਿਰਦਾ ਹੈ। ਰਤਨ ਕੀ ਹੈ? ਗੁਰੂ ਦੀ ਕੀਮਤੀ ਵਿਚਾਰ। ਕੌਡੀ ਕੀ? ਕੌਡੀਆਂ ਕੀ ਨੇ? ਫੋਕਟ ਵਿਚਾਰ, ਫੋਕਟ ਕਰਮ ਕਾਂਡ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਸੱਚ ਨੂੰ ਛੱਡ ਦਿੱਤਾ। ਮਹਾਰਾਜ ਕਹਿੰਦੇ ਝੂਠ, ਜਿਹੜਾ ਝੂਠ ਹੁੰਦਾ ਉਹਦੇ ਨਾਲ ਲੱਗਿਆ ਰਹਿੰਦਾ, ਮਚਦਾ ਹੈ। ਅੱਗੇ ਇਹਨੂੰ ਅੱਛੇ ਮਚਣ ਦਾ ਅਰਥ ਤੇ ਇਹ ਵੀ ਕਿਹਾ ਜੀ, ਆਕੜ ਦਾ ਹੈ। ਸਾਚ ਛੋੜ ਝੂਠ ਸੰਗ ਮਚੈ। ਅੱਗੇ ਮਹਾਰਾਜ ਕਹਿ ਰਹੇ ਨੇ, ਜੋ ਛੱਡਣਾ ਸੋ ਅਸਥਿਰ ਕਰ ਮਾਨੈ। ਜਿਹੜੀ ਚੀਜ਼ ਇਹਨੇ ਛੱਡ ਕੇ ਜਾਣੀ ਆ ਨਾ, ਉਹਨੂੰ ਆਪਣੀ ਜਾਣ ਕੇ ਬੈਠਾ। ਜੋ ਹੋਵਨ ਸੋ ਦੂਰ ਪਰਾਨੈ। ਸਭ ਕੁਝ ਛੱਡ ਕੇ ਦੂਰ ਇੱਥੋਂ ਚਲਾ ਜਾਵੇਗਾ।
ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਮਹਾਰਾਜ ਕਹਿੰਦੇ ਸਾਰਾ ਕੁਝ ਇਹਨੇ ਛੱਡ ਕੇ ਜਾਣਾ ਜਿਹਦੇ ਵਾਸਤੇ ਮਿਹਨਤ ਵਿੱਚ ਲੱਗਿਆ ਹੋਇਆ ਹੈ, ਉਦਮ ਦੇ ਵਿੱਚ ਲੱਗਿਆ ਹੋਇਆ, ਪਰ ਇਸ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ। ਸਾਰਾ ਕੁਝ ਇੱਥੇ, ਧਨ ਪਦਾਰਥ ਦੌਲਤ ਜ਼ਮੀਨ ਜਾਇਦਾਦ ਸਭ ਕੁਝ ਇੱਥੇ ਰਹਿ ਜਾਵੇਗਾ। ਪਾਤਸ਼ਾਹ ਜੀ ਕਹਿ ਰਹੇ ਨੇ ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਅੱਗੇ ਮਹਾਰਾਜ ਕਹਿ ਰਹੇ ਨੇ ਚੰਦਨ ਲੇਪ ਉਤਾਰੈ ਧੋਏ, ਗਰ ਤਾਂ ਪ੍ਰੀਤ ਭਸਮ ਸੰਗ ਹੋਏ। ਇੱਥੇ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਖੋਤੇ ਦਾ ਪਿਆਰ ਹਮੇਸ਼ਾ ਸੁਆਹ ਦੇ ਨਾਲ ਹੁੰਦਾ ਹੈ। ਖੋਤੇ ਦੇ ਉੱਤੇ, ਗਧੇ ਦੇ ਉੱਤੇ ਜੇ ਤੁਸੀਂ ਚੰਦਨ ਦਾ ਲੇਪ ਕਰੋਗੇ ਨਾ, ਉਹ ਨਹੀਂ ਰੱਖ ਸਕਦਾ। ਚੰਦਨ ਕੀਮਤੀ ਹੁੰਦਾ ਜੀ, ਚੰਦਨ ਦੀ ਸੁਗੰਧ ਵਧੀਆ ਹੁੰਦੀ ਹੈ, ਚੰਦਨ ਦੀ ਤਸੀਰ ਠੰਡੀ ਹੁੰਦੀ ਹੈ, ਪਰ ਜੇ ਤੁਸੀਂ ਖੋਤੇ ਉੱਤੇ ਚੰਦਨ ਦਾ ਲੇਪ ਕਰੋਗੇ, ਰੱਖ ਲੂਗਾ? ਉਹ ਨਹੀਂ ਰੱਖ ਸਕਦਾ, ਕਿਉਂਕਿ ਉਹਨੇ ਤਾਂ ਸਵਾਦ ਦੇ ਵਿੱਚ ਹੀ ਲਿਟਣਾ ਨਾ। ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਬਾਣੀ ਦੇ ਅੰਦਰ, ਪੰਕਤੀ ਦੇ ਅੰਦਰ, ਉਹ ਚੰਦਨ ਦਾ ਲੇਪ ਖੋਤਾ ਲਾ ਦਿੰਦਾ ਹੈ। ਮਨੁੱਖ ਦੀ ਹਾਲਤ, ਜੀਵ ਦੀ ਹਾਲਤ ਵੀ ਇਹੀ ਹੈ। ਚੰਦਨ ਦਾ ਲੇਪ, ਗੁਰਬਾਣੀ ਦੇ ਗਿਆਨ ਦਾ ਲੇਪ, ਗੁਰਬਾਣੀ ਵਾਲੀ ਅਕਲ ਜ਼ਿੰਦਗੀ ਵਿੱਚ ਰੱਖਣਾ ਨਹੀਂ ਚਾਹੁੰਦਾ। ਲਿਟਣਾ ਤਾਂ ਇਹਨੇ ਵੀ ਸੁਭਾਅ ਵਿੱਚ ਹੀ ਹੈ। ਸਾਡੀ ਗੱਲ ਮਹਾਰਾਜ ਕਰ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ। ਪਾਤਸ਼ਾਹ ਜੀ ਸਮਝਾ ਰਹੇ ਨੇ ਚੰਦਨ ਲੇਪ ਉਤਾਰੈ ਧੋਏ, ਗਰ ਤਾਂ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਿਤ ਵਿਕਰਾਲ। ਐਸੇ ਸਾਗਰ ਅੰਦਰ ਘੁੱਪ ਹਨੇਰੇ ਵਿੱਚ ਡਿੱਗਿਆ ਹੋਇਆ ਪਤਤ ਬੰਦਾ, ਨਾਨਕ ਕਾਢ ਲਿਓ ਪ੍ਰਭ ਦਿਆਲ। ਹੇ ਗੁਰੂ ਜੀ ਕਿਰਪਾ ਕਰਕੇ ਇਸ ਮਨੁੱਖ ਨੂੰ, ਇਸ ਜੀਵ ਨੂੰ ਇਸ ਘੁੱਪ ਹਨੇਰੇ ਦੇ ਵਿੱਚੋਂ ਕੱਢ ਲੈ, ਗੁਰੂ ਕਿਰਪਾ ਕਰੇ ਜੀ। ਇਹ ਸੀ ਜਿਹੜੀ ਲੜੀਵਾਰ ਵਿਚਾਰ ਆਪਾਂ ਰੋਜ਼ਾਨਾ ਕਰਦੇ ਹਾਂ। ਇੱਕ ਲੜੀ ਦੇ ਤਹਿਤ ਆਪਾਂ ਜਿਹੜੀ ਵਿਚਾਰ ਕਰਦੇ ਆ ਰਹੇ ਹਾਂ ਜੀ, ਅਸ਼ਟਪਦੀ ਦੇ। ਇਸ ਅਸ਼ਟਪਦੀ ਦੇ ਆਪਾਂ 4 ਬੰਦਾਂ ਦੀ ਵਿਚਾਰ ਕੀਤੀ, ਇੱਕ ਸ਼ਲੋਕ ਦੀ ਵਿਚਾਰ ਕੀਤੀ। ਆਓ ਗੁਰਮੁਖ ਪਿਆਰਿਓ, ਲੜੀਵਾਰ ਜੋ ਇਤਿਹਾਸ ਚੱਲ ਰਿਹਾ, ਜੋ ਇਹ ਦਿਨ ਚੱਲ ਰਹੇ ਨੇ, ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ, ਇਸ ਹਫ਼ਤੇ ਨੂੰ ਅਸੀਂ ਸ਼ਹੀਦੀ ਹਫ਼ਤਾ ਵੀ ਕਹਿ ਕੇ ਯਾਦ ਕਰਦੇ ਹਾਂ। ਸੰਸਾਰ ਦੇ ਕੋਨੇ-ਕੋਨੇ ਦੇ ਅੰਦਰ ਉਹਨਾਂ ਗੁਰੂ ਕੇ ਪਰਿਵਾਰ ਨੂੰ, ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ। ਸਾਡਾ ਅਸਲ ਸੱਭਿਆਚਾਰ, ਸਾਡੀ ਦਾਸਤਾਨ ਕੀ ਹੈ, ਜਿਹੜੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕੀਤੀ ਸੀ ਜੀ, ਸਾਕਾ ਚਮਕੌਰ ਬਾਰੇ। ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਜਾਂਦੇ ਨੇ, ਕੁਝ ਨਾਲ ਸਿੱਖ ਨੇ। ਇਸ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਦੇ 2 ਜਿਗਰ ਦੇ ਟੋਟੇ, 2 ਵੱਡੇ ਪੁੱਤਰ ਸ਼ਹਾਦਤ ਦਾ ਜਾਮਾ ਪੀਂਦੇ ਨੇ। ਇਸ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਕੇ ਸਿੱਖ ਵੀ ਆਪਣੀਆਂ ਜਾਨਾਂ ਕੁਰਬਾਨ ਕਰਦੇ ਨੇ, ਜਵਾਨੀਆਂ ਵਾਰ ਦਿੰਦੇ ਨੇ।